मैं बेनती करदी हां बादल परिवार नूं, मैं सुखबीर वीर जी नूं ते साडे भैन जी नूं, हरसिमरत कौर जी नूं, साडे बीबा जी सत्कारयोग है, मेरे तो उम्र च भी वड्डे ने। मैं बेनती करदी हां कि बाई जी चोण आके जरूर लड़िया जी, प्लीज़ चोण जरूर लड़िया जी। और सारी पार्टी का यही मत है कि सरदार सुखबीर सिंह बादल जिहड़े है साडी पार्टी के प्रधान, और जो भी कुछ उन्होंने नैतिक जिम्मेवारी लई वो पार्टी करके, इस करके कोई नहीं, 4 इलैक्शनां ने इन्हां चों बाहर रहने आ, फिर इलैक्शनां बहुत आ जाणगीਆਂ, पर जो सिंह साहब का हुक्म होया उन्होंने असीं सिरे मत्थे स्वीकार किया। अकाल तख्त का सन्मान है, लेकिन अकाल तख्त ते जिहड़े लोग फरमान जारी करते हैं वो सुखबीर सिंह बादल है। श्रोमणी अकाली दल भी इन्हां चोणां विच हिस्सा लै सकदा है, वो चोणां लड़ सकदा है। अकाली दल दे उत्ते चोणां लड़न उत्ते कोई पाबंदी किसी प्रकार की नहीं है। कल जुग है कल जुग सत्संगत शरण तुम्हारी, हमें आगन तुम्हें उपकारी। Education is not the amount of information that is put in the human brain. It must have man-making, character-making, and life-building accumulation of ideas. 4 ਹਫ਼ਤਿਆਂ 'ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ। ਦੋਸਤੋ, ਲੰਘੇ ਵੀਰਵਾਰ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਉਹਨਾਂ ਨੇ ਮੀਡੀਆ ਰਾਹੀਂ ਪੰਜਾਬ ਦੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ 4 ਥਾਈਂ ਹੋਣ ਜਾ ਰਹੀਆਂ ਬਾਈਪੋਲ ਇਲੈਕਸ਼ਨ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ। ਬੜੀ ਹੀ ਚਲਾਕੀ ਨਾਲ ਉਹਨਾਂ ਨੇ ਇਸ ਦਾ ਇੱਕ ਵਾਜਿਬ ਕਾਰਨ ਵੀ ਦੱਸਿਆ, ਜਿਸ ਬਾਰੇ ਅੱਗੇ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਦੋਸਤੋ, ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਰਾਜਨੀਤਿਕ ਦਲਾਂ ਲਈ ਚੋਣਾਂ ਲੜਨੀਆਂ ਇੱਕ ਜ਼ਰੂਰੀ ਕਰਨ ਵਾਲਾ ਕੰਮ ਹੁੰਦਾ ਹੈ। ਇਸ ਰਾਹੀਂ ਉਹ ਲੋਕਾਂ ਤੋਂ ਆਪਣੇ ਲਈ ਪ੍ਰਵਾਨਗੀ ਮੰਗਦੇ ਹਨ। ਵੋਟਾਂ ਰਾਹੀਂ ਹੀ ਪਤਾ ਲੱਗਦਾ ਹੈ ਕਿ ਉਸ ਕੰਸਟੀਚੁਐਂਸੀ ਦੇ ਲੋਕਾਂ ਦੀ ਨੁਮਾਇੰਦਗੀ ਕਿਹੜੀ ਪਾਰਟੀ ਜਾਂ ਕਿਹੜਾ ਨੇਤਾ ਕਰਦਾ ਹੈ। ਹਾਰੇ ਹੋਏ ਉਮੀਦਵਾਰ ਜਾਂ ਪਾਰਟੀਆਂ ਨੂੰ ਵੀ ਇਹਨਾਂ ਚੋਣਾਂ ਰਾਹੀਂ ਹੀ ਅੰਦਾਜ਼ਾ ਲੱਗਦਾ ਹੈ ਕਿ ਉਹਨਾਂ ਵਿੱਚ ਲੋਕਾਂ ਦੀ ਕਿੰਨੀ ਕੁ ਪ੍ਰਵਾਨਗੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਇਸ ਸਾਰੀ ਪ੍ਰੋਸੈਸ ਲੋਕਤੰਤਰ ਦੀ ਪ੍ਰਕਿਰਿਆ ਤੋਂ ਦੂਰ ਭੱਜ ਰਿਹਾ ਲੱਗਦਾ ਹੈ। ਉਸਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ 13 ਨਵੰਬਰ 2024 ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਹੀ ਨਹੀਂ ਲਵੇਗਾ, ਮਤਲਬ ਉਹ ਚੋਣਾਂ ਹੀ ਨਹੀਂ ਲੜੇਗਾ। ਇਸ ਲਈ ਉਹਨਾਂ ਨੇ ਬਹਾਨਾ ਵੀ ਬਹੁਤ ਵਧੀਆ ਘੜਿਆ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਹਮੇਸ਼ਾ ਹੀ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਧਰਮ ਦੀ ਰਾਜਨੀਤੀ ਕਰਦਾ ਰਿਹਾ ਹੈ, ਪਰ ਸੱਚਾਈ ਇਹ ਹੈ ਦੋਸਤੋ ਕਿ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਧਰਮ ਦੀ ਆੜ ਲੈ ਕੇ ਆਪਣੇ ਰਾਜਨੀਤਿਕ ਹਿੱਤ ਪੂਰੇ ਕਰਨ ਦੀ ਰਾਜਨੀਤੀ ਕਰਦਾ ਰਿਹਾ ਹੈ। ਇਸ ਵਾਰ ਵੀ ਉਸਨੇ ਇਹੋ ਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹਨਾਂ ਨੂੰ ਪੰਥ ਦਾ ਤਨਖਾਹੀਆ ਘੋਸ਼ਿਤ ਕੀਤਾ ਹੋਇਆ ਹੈ। ਇਸ ਕਰਕੇ ਉਹ ਕਿਸੇ ਧਾਰਮਿਕ ਰਾਜਨੀਤਿਕ ਗਤੀਵਿਧੀ ਵਿੱਚ ਸ਼ਾਮਲ ਹੀ ਨਹੀਂ ਹੋ ਸਕਦੇ, ਤਾਂ ਉਹ ਚੋਣ ਵੀ ਨਹੀਂ ਲੜ ਸਕਦੇ। ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਪਾਰਟੀ ਦੇ ਅਹੁਦੇਦਾਰਾਂ ਨੇ ਰਲ ਕੇ ਇਹ ਫੈਸਲਾ ਲਿਆ ਕਿ ਉਹ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਦੇ ਨਾਲ ਖੜੇ ਰਹਿਣਗੇ। ਮਤਲਬ ਇਹ ਜ਼ਿਮਨੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਲੜੇਗਾ ਹੀ ਨਹੀਂ, ਕਿਉਂਕਿ ਜਦੋਂ ਅਕਾਲੀ ਦਲ ਬਾਦਲ ਦਾ ਇੱਕ ਵਫਦ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਤਨਖਾਹੀਆ ਹੋਣ ਦੀ ਸਜ਼ਾ ਦੀਵਾਲੀ ਤੋਂ ਬਾਅਦ ਹੀ ਐਲਾਨੀ ਜਾਵੇਗੀ। ਸ਼ਾਇਦ ਉਹ ਗਿੱਦੜਬਾਹੇ ਤੋਂ ਚੋਣ ਲੜ ਸਕਦੇ ਸਨ, ਜੋ ਉਹਨਾਂ ਦੀ ਸੁਖਬੀਰ ਬਾਦਲ ਦੀ ਪਰਿਵਾਰ ਦੀ ਕੰਸਟੀਚੁਐਂਸੀ ਰਿਹਾ ਹੈ, ਪਰ ਤਨਖਾਹੀਆ ਹੋਣ ਕਰਕੇ ਉਹ ਇਹਨਾਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਹੀ ਨਹੀਂ ਲੈਣਗੇ। ਪਹਿਲਾਂ ਉਹ ਬਿਆਨ ਸੁਣਦੇ ਹਾਂ ਜੋ ਪ੍ਰੈਸ ਵਿੱਚ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਦਿੱਤਾ ਹੈ। ਪਰ ਜੋ ਕੱਲ ਜਥੇਦਾਰ ਸਾਹਿਬ ਦਾ ਕੱਲ ਮੀਡੀਆ ਦੇ ਵਿੱਚ ਜੋ ਉਹਨਾਂ ਦਾ ਆਦੇਸ਼ ਆਇਆ ਕਿ ਤਨਖਾਹੀਆ ਹੋਣ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਘਰੋਂ ਬਾਹਰ ਨਹੀਂ ਜਾ ਸਕਦੇ, ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋ ਸਕਦੇ। ਕੁਦਰਤੀ ਗੱਲ ਹੈ, ਫਿਰ ਚੋਣ ਵੀ ਜਿਹੜੀ ਹੈ ਨਹੀਂ ਲੜ ਸਕਦੇ। ਇਸ ਕਰਕੇ ਪਹਿਲਾਂ ਤਾਂ ਅੱਜ ਮੀਟਿੰਗ ਦੇ ਵਿੱਚ ਅਸੀਂ ਜੋ ਆਦੇਸ਼ ਹੋਇਆ ਉਹਦੇ ਸੰਬੰਧ ਦੇ ਵਿੱਚ ਸਾਰੀ ਸਥਿਤੀ, ਕਿਉਂਕਿ ਵੱਡਾ ਫੈਸਲਾ ਤੇ ਸਾਰੀ ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਸਾਰਿਆਂ ਦੇ ਸਾਹਮਣੇ ਜਿਹੜੇ ਆ ਉਹ ਫੈਕਟਸ ਰੱਖੇ ਆ। ਔਰ ਸਾਰੀ ਪਾਰਟੀ ਦਾ ਇਹੀ ਮਤ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਸਾਡੀ ਪਾਰਟੀ ਦੇ ਪ੍ਰਧਾਨ, और जो भी कुछ उन्होंने नैतिक जिम्मेवारी लई वो पार्टी करके ली।
ਅਸੀਂ ਕਦੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਅੱਜ ਵੀ ਸਾਡੀ ਭਾਵਨਾ ਇਹ ਹੈ, ਕਿਉਂਕਿ ਵਰਕਰ ਅਸੀਂ ਵੀ ਚਾਹੁੰਦੇ ਹਾਂ ਕਿ ਥੱਲੇ ਕਈਆਂ ਨੇ ਤਿਆਰੀ ਵੀ ਕੀਤੀ ਹੋਈ ਸੀ, ਕਈਆਂ ਨੇ ਇਲੈਕਸ਼ਨ ਵੀ ਸ਼ੁਰੂ ਕਰ ਲਈ ਸੀ, ਪਰ ਅਸੀਂ ਜਿਹੜੀ ਆ ਅੱਜ ਫਿਰ ਆਪਣੀ ਵੱਡੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਜਿਹੜਾ ਹੁਕਮ ਜੋ ਅਕਾਲ ਤਖਤ ਦਾ ਆਇਆ ਉਹ ਇਕੱਲੇ ਪ੍ਰਧਾਨ ਵਾਸਤੇ ਨਹੀਂ ਹੁੰਦਾ, ਕਿਉਂਕਿ ਪ੍ਰਧਾਨ ਜਿਹੜਾ ਪਾਰਟੀ ਦਾ ਪਰਿਵਾਰ ਦਾ ਮੁਖੀ ਹੁੰਦਾ। ਇਸ ਕਰਕੇ ਸਾਰਿਆਂ ਨੂੰ ਪੁੱਛਿਆ ਗਿਆ ਸੀ ਕਿ ਦੱਸੋ, ਤਾਂ ਕਹਿੰਦੇ ਕਿ ਜੇ ਪ੍ਰਧਾਨ ਸਾਹਿਬ ਨੂੰ ਉਦੇਸ਼ ਆਇਆ ਤੇ ਆਪਾਂ ਸਮਝੀਏ ਕਿ ਸਾਡੇ ਸਾਰਿਆਂ ਵਾਸਤੇ, ਕਿਉਂਕਿ ਅਸੀਂ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਗਏ। ਇਸ ਕਰਕੇ ਜੋ ਸਿੰਘ ਸਾਹਿਬ ਦਾ ਹੁਕਮ ਹੋਇਆ ਉਹਨੂੰ ਅਸੀਂ ਸਿਰੇ ਮੱਥੇ ਸਵੀਕਾਰ ਕੀਤਾ। ਇਸ ਕਰਕੇ ਜੇ ਆਦੇਸ਼ ਉਹਨਾਂ ਨੂੰ ਆਇਆ ਤੇ ਸਾਨੂੰ ਐਥੀਕਲੀ ਇਹ ਸੋਚਣਾ ਚਾਹੀਦਾ ਹੈ ਕਿ ਇਹ ਸਾਡੇ ਵਾਸਤੇ ਵੀ। ਇਸ ਕਰਕੇ ਕੋਈ ਨਹੀਂ, 4 ਇਲੈਕਸ਼ਨਾਂ ਨੇ, ਇਹਨਾਂ ਚੋਂ ਬਾਹਰ ਰਹਿੰਦੇ ਆ, ਫਿਰ ਇਲੈਕਸ਼ਨਾਂ ਬਹੁਤ ਆ ਜਾਣਗੀਆਂ। ਦੋਸਤੋ, ਉੱਪਰੋਂ ਦਾ ਇਹ ਫੈਸਲਾ ਬੜਾ ਹੀ ਸਿਆਣਪ ਭਰਿਆ ਲੱਗਦਾ ਹੈ। ਸੁਖਬੀਰ ਬਾਦਲ ਨੂੰ ਪੰਥ ਦਾ ਨਿਮਾਣਾ ਜਿਹਾ ਸਿੱਖ ਬਣਾ ਕੇ ਫਿਰ ਤੋਂ ਸਿੱਖ ਰਾਜਨੀਤੀ, ਪੰਥਕ ਰਾਜਨੀਤੀ ਵਿੱਚ ਮੁੜ ਤੋਂ ਸਥਾਪਨ ਕਰਨ ਵਾਲਾ ਲੱਗਦਾ ਹੈ। ਪਰ ਕੀ ਸਾਰੇ ਹੀ ਸਿੱਖ ਇੰਨੇ ਭੋਲੇ ਹਨ ਜੋ ਇਸ ਵਿੱਚ ਰਾਜਨੀਤੀ ਖੇਡੀ ਜਾ ਰਹੀ ਹੈ ਉਹ ਉਸ ਰਾਜਨੀਤੀ ਨੂੰ ਸਮਝਣ ਦੇ ਕਾਬਿਲ ਹੀ ਨਹੀਂ। ਦੋਸਤੋ, ਜੋ ਘੱਟ ਪੜ੍ਹਿਆ ਲਿਖਿਆ ਜਾਂ ਲਗਭਗ ਅਨਪੜ੍ਹ ਜਿਹਾ ਹੀ ਸਪੋਰਟਰ ਹੈ ਅਕਾਲੀ ਦਲ ਬਾਦਲ ਦਾ, ਉਹ ਤਾਂ ਪਹਿਲੇ ਵੀ ਅਤੇ ਹੁਣ ਵੀ ਸੁਖਬੀਰ ਬਾਦਲ ਦੀ ਪਾਰਟੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਦਾ ਕੱਟੜ ਸਮਰਥਕ ਰਿਹਾ ਹੈ। ਪੰਥਕ ਰਾਜਨੀਤੀ ਦੇ ਨਾਂ 'ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਕਿਸੇ ਵੱਲ ਝਾਕਦਾ ਹੀ ਨਹੀਂ। ਕੋਈ ਵੀ ਸਿਆਸੀ ਮੀਂਹ ਹਨੇਰੀ ਆਵੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੋਟਰ ਹੀ ਹੁੰਦਾ ਹੈ। ਪਿਛਲੇ ਸਮਿਆਂ ਤੋਂ ਫਰਕ ਤਾਂ ਉਹਨਾਂ ਵੋਟਰਾਂ ਕਰਕੇ ਪਿਆ ਹੈ ਅਕਾਲੀ ਦਲ ਬਾਦਲ ਨੂੰ, ਜੋ ਸੋਚ ਦਾ ਪੰਥਕ ਰੱਖਦੇ ਹਨ ਪਰ ਥੋੜ੍ਹੀ ਬਹੁਤੀ ਰਾਜਨੀਤਿਕ ਸਮਝ ਵੀ ਨਾਲ ਰੱਖਦੇ ਹਨ। ਇਹਨਾਂ ਵਿੱਚ ਬਹੁਤ ਸਾਰੇ ਉਹ ਨੌਜਵਾਨ ਹਨ ਜੋ ਠੀਕ ਠਾਕ ਪੜ੍ਹੇ ਲਿਖੇ ਹੋਏ ਹਨ ਅਤੇ ਕੁਝ ਪੁਰਾਣੇ ਸਮਰਥਕ ਜਿਨ੍ਹਾਂ ਨੂੰ ਰਾਜਨੀਤੀ ਵਿੱਚ ਹੋ ਕੀ ਰਿਹਾ ਹੈ ਇਸ ਦੀ ਸਮਝ ਹੈ। ਉਹੀ ਪਿਛਲੀਆਂ 2 ਵਿਧਾਨ ਸਭਾ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਕਰਨ ਤੋਂ ਪਿੱਛੇ ਹਟ ਗਏ ਸਨ। ਪਹਿਲਾਂ ਜਦੋਂ ਥਾਂ-ਥਾਂ ਬੇਅਦਬੀਆਂ ਦਾ ਕ੍ਰਮ ਚੱਲ ਪਿਆ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਹੁੰਦੇ, ਉਹਨਾਂ ਦੇ ਆਖਰੀ ਸਾਲ ਵਿੱਚ, ਜਦੋਂ ਉਹਨਾਂ ਦੀ ਹਕੂਮਤ ਦਾ ਆਖਰੀ ਸਾਲ ਸੀ, ਉਸ ਦੌਰ ਵਿੱਚ ਜੋ ਕੁਝ ਹੁੰਦਾ ਰਿਹਾ ਉਸਨੇ ਬੜੀ ਹੀ ਨਿਰਾਸ਼ਾ ਕੀਤੀ, ਕਿਉਂਕਿ ਥਾਂ-ਥਾਂ ਬੇਅਦਬੀਆਂ ਹੋਣੀਆਂ ਇਹ ਸਭ ਦੇ ਹਿਰਦੇ ਬਲੁੰਦਰ ਦੀਆਂ ਸਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਬੇਅਦਬੀਆਂ ਦੇ ਕਾਰਨ ਅਤੇ ਦੋਸ਼ੀਆਂ ਨੂੰ ਫੜਨ ਵਿੱਚ, ਉਸ ਪਿੱਛੇ ਦੀ ਸਾਜ਼ਿਸ਼ ਵਾਲੀਆਂ ਤਾਕਤਾਂ ਨੂੰ ਐਕਸਪੋਜ਼ ਕਰਨ ਵਿੱਚ ਨਾਕਾਮਯਾਬ ਰਹੇ। ਬਾਦਲਾਂ ਤੋਂ ਛੁਟਕਾਰਾ ਪਾਉਣ ਦੇ ਚੱਕਰ ਵਿੱਚ ਪੰਜਾਬ ਵਿੱਚ ਲੋਕਾਂ ਨੇ ਕਾਂਗਰਸ ਪਾਰਟੀ ਪਾਵਰ ਵਿੱਚ ਲਿਆ ਦਿੱਤੀ। ਉਸ ਤੋਂ ਬਾਅਦ ਫਿਰ ਦਿੱਲੀ ਵਾਲੀ ਪਾਰਟੀ 300 ਯੂਨਿਟ ਫ੍ਰੀ, 1000 ਰੁਪਇਆ ਮਹੀਨਾ ਹਰ ਮਹਿਲਾ ਨੂੰ, ਪੰਜਾਬ ਨੂੰ ਤਰੱਕੀਆਂ ਦੇ ਮਸਲੇ ਵਿੱਚ ਲੰਦਨ ਪੈਰਿਸ ਬਣਾਉਣ ਵਾਲੀ ਆਮ ਆਦਮੀ ਪਾਰਟੀ, ਉਹ ਸੱਤਾ ਵਿੱਚ ਆ ਗਈ। ਇੰਜ ਇੱਕ ਤਰ੍ਹਾਂ ਲਗਭਗ 10 ਸਾਲ ਤੋਂ ਵੱਧ, ਦੋਸਤੋ 10 ਸਾਲਾਂ ਤੋਂ ਵੱਧ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਤਰ੍ਹਾਂ ਪੂਰੀ ਤਰ੍ਹਾਂ ਨਕਾਰਿਆ ਹੀ ਹੋਇਆ ਹੈ। ਇਸ ਤੋਂ ਬਾਹਰ ਨਿਕਲਣ ਲਈ ਕੋਈ ਸਿਆਣੇ ਕਦਮ, ਕੁਝ ਉਹ ਸਟੈਪ ਜੋ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪ੍ਰਵਾਨਗੀ ਵਧਾਉਣ, ਉਹ ਚੁੱਕਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਆਤਮਘਾਤੀ ਫੈਸਲੇ ਹੀ ਲਗਾਤਾਰ ਲੈ ਰਹੀ ਹੈ। ਸਭ ਤੋਂ ਪਹਿਲਾਂ ਦੋਸਤੋ, ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਸਮਝਣਾ ਹੀ ਪੈਣਾ ਹੈ ਕਿ ਸਮੇਂ ਦਾ ਦੌਰ ਕੁਝ ਹੱਦ ਤੱਕ ਬਦਲ ਹੀ ਗਿਆ ਹੈ। ਸਮੇਂ ਦੇ ਨਾਲ ਲੋਕ ਵੀ ਸੁਲਝੇ ਹੋਏ ਸੂਝਵਾਨ ਹੋ ਗਏ ਹਨ। ਪਹਿਲਾਂ ਵਾਂਗੂ ਸਰਕਾਰੀ ਮੀਡੀਆ, ਅਜੀਤ ਅਖਬਾਰਾਂ ਵਰਗੇ ਅਖਬਾਰਾਂ ਰਾਹੀਂ ਸਿਆਸਤ ਕਰਕੇ ਹਵਾ ਨਹੀਂ ਬਣਾਈ ਜਾ ਸਕਦੀ। ਹੁਣ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਇੱਥੇ ਹਰ ਤਰ੍ਹਾਂ ਦਾ ਓਪੀਨੀਅਨ ਹੁੰਦਾ ਹੈ। ਤੁਹਾਨੂੰ ਪੰਥ ਹਮਦਰਦੀ, ਪੰਜਾਬ ਦੇ ਲੋਕਾਂ ਦਾ ਹਮਦਰਦੀ ਦੇਖਣਾ ਹੀ ਨਹੀਂ ਸਗੋਂ ਹੋਣਾ ਵੀ ਪੈਣਾ ਹੈ, ਤਾਂ ਹੀ ਲੋਕ ਵਿਸ਼ਵਾਸ ਕਰਨਗੇ। ਕੁਝ ਵਿਕਾਊ ਪੱਤਰਕਾਰਾਂ ਜਾਂ ਨਿਊਜ਼ ਚੈਨਲਾਂ ਰਾਹੀਂ ਤੁਸੀਂ ਆਪਣੇ ਹੱਕ ਦੀ ਹਵਾ ਕੁਝ ਹੱਦ ਤੱਕ ਦਾ ਬਣਾ ਸਕਦੇ ਹੋ, ਪਰ ਉਨੀ ਨਹੀਂ ਕਿ ਜਿੱਤ ਪ੍ਰਾਪਤ ਕਰ ਸਕੋ। ਆਮ ਆਦਮੀ ਪਾਰਟੀ ਦਾ ਹਸ਼ਰ ਲੋਕ ਸਭਾ ਚੋਣਾਂ ਵੇਲੇ ਤੁਸੀਂ ਵੇਖਿਆ ਹੀ ਹੈ, ਬਹੁਤ ਹਵਾ ਬਣਾਈ ਸੀ ਉਹਨਾਂ ਨੇ, ਪਰ ਬਣਿਆ ਕੀ? ਇੰਜ ਹੀ ਕਾਂਗਰਸ ਦਾ ਹਰਿਆਣਾ ਚੋਣਾਂ ਵੇਲੇ ਜੋ ਹੋਇਆ ਹਸ਼ਰ, ਉਸ ਨੂੰ ਵੇਖ ਕੇ ਅਕਾਲੀ ਦਲ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਇਸ ਵਾਰ ਚੋਣਾਂ ਨਾਲ ਲੜਨ ਦਾ ਫੈਸਲਾ ਇੱਕ ਤਰ੍ਹਾਂ ਅਕਾਲੀ ਦਲ ਨੇ ਸੁਖਬੀਰ ਬਾਦਲ ਦੇ ਤਨਖਾਹੀਆ ਘੋਸ਼ਿਤ ਹੋਣ ਦੇ ਬਹਾਨੇ ਦੇ ਉੱਪਰ ਹੀ ਸੁੱਟ ਦਿੱਤਾ ਹੈ, ਜਦੋਂ ਕਿ ਤਨਖਾਹੀਆ ਸਿਰਫ ਸੁਖਬੀਰ ਬਾਦਲ, ਜੀ ਹਾਂ, ਉਹਨਾਂ ਨੂੰ ਇੰਡੀਵਿਜੂਅਲੀ ਕੀਤਾ ਹੋਇਆ ਹੈ। ਬਾਕੀ ਅਕਾਲੀ ਦਲ ਲੀਡਰਸ਼ਿਪ ਚੋਣ ਲੜ ਸਕਦੀ ਸੀ। ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਵੀ ਸਭ ਕੁਝ ਆਪਣੇ ਬਿਆਨ ਰਾਹੀਂ ਸਪਸ਼ਟ ਕੀਤਾ ਹੈ। ਆਜੋ ਜਰਾ ਸੁਣਦੇ ਹਾਂ। ਸ਼੍ਰੋਮਣੀ ਅਕਾਲੀ ਦਲ ਵੀ ਇਹਨਾਂ ਚੋਣਾਂ ਵਿੱਚ ਹਿੱਸਾ ਲੈ ਸਕਦਾ ਹੈ, ਉਹ ਚੋਣਾਂ ਲੜ ਸਕਦਾ ਹੈ। ਅਕਾਲੀ ਦਲ ਦੇ ਉੱਤੇ ਚੋਣਾਂ ਲੜਨ ਉੱਤੇ ਕੋਈ ਪਾਬੰਦੀ ਕਿਸੇ ਪ੍ਰਕਾਰ ਦੀ ਨਹੀਂ ਹੈ। ਕੇਵਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਰੰਪਰਾ ਅਤੇ ਮਰਿਆਦਾ ਅਨੁਸਾਰ ਹੋਣ ਕਰਕੇ ਉਹਨਾਂ ਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਪਰ ਬਾਕੀ ਦੀ ਸਾਰੀ ਪਾਰਟੀ
ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੀ ਹੈ। ਕਿਸੇ ਪ੍ਰਕਾਰ ਦੀ ਵੀ ਪਾਰਟੀ ਦੇ ਚੋਣਾਂ ਲੜਨ ਉੱਤੇ ਕੋਈ ਪਾਬੰਦੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਇਹ ਜ਼ਿਮਨੀ ਚੋਣਾਂ ਨਾਲ ਲੜਨਾ ਅਕਾਲੀ ਦਲ ਦਾ ਅੰਦਰੂਨੀ ਫੈਸਲਾ ਹੈ। ਬੇਸ਼ੱਕ ਅਕਾਲੀ ਦਲ ਇਸ ਨੂੰ ਭਵਿੱਖ ਵਿੱਚ ਸੁਖਬੀਰ ਬਾਦਲ ਦੇ ਅਕਾਲੀ ਦਲ ਦੇ ਪੰਥਕ ਹੋਣ, ਨਿਮਾਣੇ ਜਿਹੇ ਸਿੱਖ ਹੋਣ ਦੇ ਪਰਸੈਪਸ਼ਨ ਲਈ ਇਸਤੇਮਾਲ ਕਰੇਗਾ ਕਿ ਉਸਨੇ ਅਕਾਲ ਤਖਤ ਦਾ ਸਨਮਾਨ ਕਰਦੇ ਹੋਏ ਚੋਣਾਂ ਹੀ ਨਹੀਂ ਲੜੀਆਂ। ਪੰਥਕ ਵੋਟਰ, ਪੰਜਾਬ ਦੇ ਆਮ ਲੋਕ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਕਰਦੇ ਰਹੇ ਹਨ, ਉਸ 'ਤੇ ਇਹਨਾਂ ਦਾ ਕਿੰਨਾ ਕੁ ਅਸਰ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਫਿਲਹਾਲ ਇਸ ਨੂੰ ਅਕਾਲੀ ਦਲ ਬਾਦਲ ਦਾ ਇੱਕ ਬਹਾਨਾ ਹੀ ਸਮਝਿਆ ਜਾ ਰਿਹਾ ਹੈ, ਕਿਉਂਕਿ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਲੀਡਰਸ਼ਿਪ ਦੇ ਅਹਿਮ ਨੇਤਾਵਾਂ, ਹਾਂਜੀ ਉਹਨਾਂ ਦੇ ਸੀਨੀਅਰ ਨੇਤਾਵਾਂ ਤੱਕ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਨ। ਇਹਨਾਂ ਚੋਣਾਂ ਵਿੱਚ ਵੀ ਕੀ ਹੋਣਾ ਸੀ ਸਭ ਨੂੰ ਲਗਭਗ ਅੰਦਾਜ਼ਾ ਸੀ ਹੀ। ਹੁਣ ਤਾਂ ਹਾਲਾਤ ਹੋਰ ਵੀ ਸਿਆਸੀ ਤੌਰ 'ਤੇ ਬਦਤਰ ਹੋਏ ਪਏ ਹਨ ਅਕਾਲੀ ਦਲ ਲਈ। ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦਾ ਇੱਕ ਧੜਾ ਜਿਸ ਨੂੰ ਬਾਗੀ ਧੜਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਉਹ ਸੁਖਬੀਰ ਬਾਦਲ ਦੀ ਅਗਵਾਈ 'ਤੇ ਹੀ ਇਸ ਵੇਲੇ ਸਵਾਲ ਚੁੱਕ ਰਿਹਾ ਹੈ। ਜਦੋਂ ਪਾਰਟੀ ਹੀ ਖੁੰਡੀ ਪੁੰਡੀ ਹੋਵੇ ਤਾਂ ਜ਼ਿਮਨੀ ਚੋਣਾਂ ਵੇਲੇ ਕਿਵੇਂ ਪੂਰੀ ਤਾਕਤ ਨਾਲ ਲੜਿਆ ਜਾ ਸਕਦਾ ਹੈ। ਫਿਰ ਲੱਕ ਤੋੜਵੀਂ ਹਾਰ ਸਾਹਮਣੇ ਦਿਖ ਰਹੀ ਸੀ। ਇਸੇ ਨਮੋਸ਼ੀ ਤੋਂ ਬਚਣ ਲਈ ਹੀ ਅਕਾਲੀ ਦਲ ਬਾਦਲ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਅਤੇ ਬਹਾਨਾ ਬਣਾਇਆ ਸੁਖਬੀਰ ਬਾਦਲ ਦਾ ਚੋਣਾਂ ਵੇਲੇ ਤਨਖਾਹੀਆ ਹੋਣਾ। ਸੱਚਾਈ ਲੋਕਾਂ ਨੂੰ ਵੀ ਪਤਾ ਹੈ ਦੋਸਤੋ। ਅਕਾਲੀ ਦਲ ਜੇ ਸਿਆਣਪ ਵਰਤਦਾ ਤਾਂ ਆਪਣੀ ਕਮਜ਼ੋਰੀ ਨੂੰ ਮੰਨਦਾ ਹੋਇਆ ਇਹ ਸਾਫ਼-ਸਾਫ਼ ਐਲਾਨ ਕਰਦਾ ਲੋਕਾਂ ਵਿੱਚ ਕਿ ਜੋ ਅਕਾਲੀ ਦਲ ਦੀ ਮੌਜੂਦਾ ਹਾਲਤ ਹੈ, ਇਸ ਕਰਕੇ ਉਹ ਜ਼ਿਮਨੀ ਚੋਣਾਂ ਨਹੀਂ ਲੜਨਗੇ, ਸਗੋਂ ਪਾਰਟੀ ਦਾ ਜ਼ੋਰ ਪਾਰਟੀ ਨੂੰ ਹਾਲੇ ਹੋਰ ਮਜ਼ਬੂਤ ਕਰਨ 'ਤੇ ਰਹੇਗਾ। ਜ਼ਿਮਨੀ ਚੋਣਾਂ ਲੜਨ ਦੀ ਥਾਂ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜੋ ਵੀ ਕਦਮ ਚੁੱਕੇ ਜਾਣਗੇ ਉਹ ਚੁੱਕਣਗੇ, ਪਰ ਇਹਨਾਂ ਚੋਣਾਂ ਵਿੱਚ ਉਹ ਭਾਗ ਨਹੀਂ ਲੈਣਗੇ। ਇਹੋ ਜਿਹਾ ਸੱਚ ਲੋਕਾਂ ਮੂਹਰੇ ਪ੍ਰਵਾਨ ਕਰਦੇ ਹੀ ਲੋਕਾਂ ਵਿੱਚ ਉਹਨਾਂ ਦੀ ਪ੍ਰਵਾਨਗੀ ਵਧਣੀ ਸੀ, ਕਿਉਂਕਿ ਉਹ ਸੱਚ ਬੋਲ ਰਹੇ ਸਨ। ਅਕਾਲੀ ਲੀਡਰਸ਼ਿਪ ਇਮਾਨਦਾਰ ਹੈ, ਇਹ ਪਰਸੈਪਸ਼ਨ ਬਣਨਾ ਸੀ, ਪਰ ਉਹਨਾਂ ਨੇ ਕੀਤਾ ਕੀ? ਇਸ ਲਈ ਵੀ ਉਹਨਾਂ ਨੇ ਇੱਕ ਬਹਾਨਾ ਹੀ ਤਲਾਸ਼ ਕੀਤਾ। ਅਕਾਲੀ ਦਲ ਬਾਦਲ ਚੋਣਾਂ ਲੜ ਸਕਦਾ ਹੈ ਸੁਖਬੀਰ ਬਾਦਲ ਤੋਂ ਇਲਾਵਾ। ਅਕਾਲੀ ਦਲ ਬਾਦਲ ਚੋਣਾਂ ਲੜ ਸਕਦਾ ਹੈ ਸੁਖਬੀਰ ਬਾਦਲ ਤੋਂ ਇਲਾਵਾ, ਪਰ ਉਹਨਾਂ ਨੇ ਚੋਣਾਂ ਲੜਨ ਤੋਂ ਨਾ ਕਰ ਦਿੱਤੀ। ਜੇ ਉਹ ਚੋਣਾਂ ਲੜਦੇ ਤਾਂ ਕੀ ਹੁੰਦਾ? ਸੁਖਬੀਰ ਬਾਦਲ ਉਸ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਜਾ ਸਕਦਾ ਸੀ। ਪਾਰਟੀ ਦੇ ਬਾਕੀ ਸੀਨੀਅਰ ਨੇਤਾਵਾਂ ਨੂੰ ਚੋਣ ਕੰਪੇਨ ਮੈਨੇਜ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਸੀ। ਸੁਖਬੀਰ ਬਾਦਲ ਆਪ ਚੋਣ ਰੈਲੀਆਂ ਨਾ ਕਰਦੇ, ਪਰ ਕਿਵੇਂ ਚੋਣ ਲੜਾਉਣੀ ਹੈ ਪਰਦੇ ਪਿੱਛੇ ਰਹਿ ਕੇ ਉਹ ਸਭ ਕੁਝ ਮੈਨੇਜ ਕਰ ਸਕਦੇ ਸਨ। ਲੋਕਾਂ ਦਾ ਗੁੱਸਾ ਰੋਹ ਕਿੰਨਾ ਕੁ ਘਟਿਆ ਹੈ ਇਹਨਾਂ ਚੋਣਾਂ ਵੇਲੇ ਪਤਾ ਲੱਗ ਹੀ ਜਾਣਾ ਸੀ। ਦੂਜਾ, ਜੋ ਪੱਕੇ ਅਕਾਲੀ ਵੋਟਰ ਹਨ ਉਹਨਾਂ ਨੂੰ ਵੋਟ ਕਰਨ ਲਈ ਪਾਰਟੀ ਉਮੀਦਵਾਰ ਮਿਲ ਹੀ ਜਾਣਾ ਸੀ। ਹੁਣ ਹੋ ਸਕਦਾ ਹੈ ਕਿ ਇਹ ਆਮ ਆਦਮੀ ਪਾਰਟੀ ਅਤੇ ਬਹੁਤ ਹੱਦ ਤੱਕ ਭਾਰਤੀ ਜਨਤਾ ਪਾਰਟੀ ਵੱਲ ਮੂੰਹ ਕਰ ਲੈਣ, ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਕੋਰ ਵੋਟਰ ਹੈ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨੂੰ ਤਾਂ ਵੋਟ ਕਰੇਗਾ ਹੀ ਨਹੀਂ। ਆਮ ਆਦਮੀ ਪਾਰਟੀ ਜੋ ਸੱਤਾ ਵਿੱਚ ਹੈ, ਆਮ ਆਦਮੀ ਪਾਰਟੀ ਜੋ ਇਸ ਵੇਲੇ ਸੱਤਾ ਵਿੱਚ ਹੈ, ਅਕਾਲੀ ਦਲ ਦੇ ਇਸ ਕੋਰ ਵੋਟਰ ਨੂੰ ਚੋਗ ਪਾਵੇਗੀ ਹੀ, ਘੱਟ ਬੀਜੇਪੀ ਵੀ ਨਹੀਂ ਕਰੇਗੀ। ਕਈ ਵਾਰ ਇੰਜ ਹੀ ਸਿਆਸੀ ਜ਼ਮੀਨ ਤਿਆਰ ਕੀਤੀ ਜਾਂਦੀ ਹੈ ਦੋਸਤੋ, ਕਈ ਵਾਰ ਇੰਜ ਹੀ ਸਿਆਸੀ ਜ਼ਮੀਨ ਹਿੱਲ ਜਾਂਦੀ ਹੈ। ਜੇ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਇਹਨਾਂ ਤੱਕ ਪਹੁੰਚ ਕਰਕੇ ਉਹ ਪੰਥ ਵਿਰੋਧੀ ਨਹੀਂ ਹਨ ਇਹ ਦਰਸਾਉਣ ਅਤੇ ਸਮਝਾਉਣ ਵਿੱਚ ਕਾਮਯਾਬ ਰਹੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਹੋਰ ਵੀ ਕਮਜ਼ੋਰ ਹੋ ਜਾਵੇਗਾ। ਦੋਸਤੋ, ਲਗਭਗ 32 ਕੁ ਸਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 1992 ਵਿੱਚ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ। ਉਸ ਵੇਲੇ ਸੱਤਾ ਕਾਂਗਰਸ ਦੇ ਹੱਥ ਆ ਗਈ। ਸੱਤਾ ਦੇ ਸਿਰ ਤੇ ਕਾਂਗਰਸ, ਹਾਂਜੀ 84 ਦੇ ਕਤਲੇਆਮ ਵਾਲੀ ਕਾਂਗਰਸ, ਇਹਨਾਂ ਦੋਸ਼ਾਂ ਤੋਂ ਬਾਅਦ ਵੀ ਉਹ ਪੰਜਾਬ ਵਿੱਚ ਆਪਣੀ ਪੱਕੀ ਜ਼ਮੀਨ ਕਰ ਗਈ ਸਿਆਸੀ ਤੌਰ ਤੇ ਅਤੇ ਲਗਾਤਾਰ ਬਾਅਦ ਵਿੱਚ ਵੀ ਸੱਤਾ ਪ੍ਰਾਪਤ ਕਰਦੀ ਰਹੀ। ਕੀ ਦੋਸਤੋ 1992 ਵਾਲੀ ਗਲਤੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਵੀ ਨਹੀਂ ਕਰ ਰਿਹਾ? ਲੋਕ ਮਤਲਬੀ ਹੁੰਦੇ ਹਨ, ਸੱਤਾ ਨਾਲ ਜੁੜਨ ਦੇ ਭੁੱਖੇ ਹੁੰਦੇ ਹਨ। ਸਾਰੇ ਨਹੀਂ ਤਾਂ ਬਹੁਤ ਸੰਖਿਅਕ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੀ ਹੁੰਦੀ ਹੈ। ਕੀ ਸਿਆਸੀ ਪਿੜ ਵਿੱਚ ਇਸ ਵਾਰ ਅਕਾਲੀ ਦਲ ਪਿੱਛੇ ਹਟ ਕੇ ਬਾਕੀਆਂ ਲਈ ਰਾਹ ਤਾਂ ਨਹੀਂ ਖੁੱਲ੍ਹਾ ਛੱਡ ਰਿਹਾ? ਸੋਚਣ ਵਾਲੀ ਗੱਲ ਹੈ ਦੋਸਤੋ ਕਿ ਅਕਾਲੀ ਦਲ ਦੀ ਟੋਪ ਲੀਡਰਸ਼ਿਪ ਜਿਨ੍ਹਾਂ ਵਿੱਚ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਆਉਂਦੇ ਹਨ ਇਹ ਨੁਕਤਾ ਸਮਝਣਗੇ? ਦੋਸਤੋ, ਜੇ ਅਕਾਲੀ ਦਲ ਬਾਦਲ ਮੁੜ-ਮੁੜ ਉਹੀ ਗਲਤੀਆਂ ਕਰਦਾ ਰਿਹਾ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵੇਲੇ ਜੋ ਹਸ਼ਰ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਦਾ ਅੰਦਾਜ਼ਾ ਲਗਾ ਹੀ ਲੈਣਾ ਚਾਹੀਦਾ ਹੈ। ਪੰਜਾਬ ਵਿੱਚ ਜੋ ਡੈਮੋਗ੍ਰਾਫੀ ਚੇਂਜਿਸ ਵੱਡੇ ਪੱਧਰ ਤੇ ਹੋ ਰਹੇ ਹਨ, ਜਿਵੇਂ ਈਸਾਈਕਰਨ ਹੋ ਰਿਹਾ ਹੈ ਪੰਜਾਬ ਦਾ, ਪੰਜਾਬ ਵਿੱਚ ਬੰਗਲਾਦੇਸ਼ੀ ਰੋਹਿੰਗੀਆ ਆਪਣੇ ਫਰਜ਼ੀ ਆਧਾਰ ਕਾਰਡ ਬਣਾ ਕੇ ਪੰਜਾਬ ਵਿੱਚ ਵੱਡੇ ਪੱਧਰ ਤੇ ਵੱਸ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਹਨਾਂ ਦੀ ਗਿਣਤੀ ਇਸ ਵੇਲੇ ਲੱਖਾਂ ਵਿੱਚ ਹੋ ਚੁੱਕੀ ਹੈ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਘਟਦੀ ਹੋਈ ਸਟਰੈਂਥ
ਉਹ ਕਿਵੇਂ ਪੂਰੀ ਕਰਨੀ ਹੈ? ਕੁਝ ਹੈ ਉਸ ਦੇ ਦਿਮਾਗ ਵਿੱਚ, ਜਾਂ ਫਿਰ ਹੰਕਾਰੇ ਹੋਏ ਅਰਬਪਤੀ ਖਰਬਪਤੀ ਲੀਡਰਾਂ ਵਾਲਾ ਦਿਮਾਗ, ਚਮਚਿਆਂ ਚਾਪਲੂਸਿਆਂ ਦੇ ਆਲੇ ਦੁਆਲੇ ਉਹਨਾਂ ਦੀ ਪਰਮਾਰ। ਦੋਸਤੋ, ਜੇ ਆਉਂਦੇ ਸਮੇਂ ਵਿੱਚ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਮਜ਼ਬੂਤ ਧਿਰ ਬਣ ਕੇ ਨਹੀਂ ਨਿਕਲਦਾ ਤਾਂ ਫਿਰ ਬਾਗੀ ਧੜਾ ਉਹੀ ਕੋਈ ਸਿਆਸੀ ਸੁਲਝੀ ਹੋਈ ਕੋਈ ਸਿਆਣੀ ਗੱਲ ਕਰੇ, ਕਿਉਂਕਿ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ ਦਲ ਇਸ ਧਿਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਵੇਲੇ ਦੋਸਤੋ, ਪੰਜਾਬ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਲੀਡਰਸ਼ਿਪ ਉਹ ਬਿਲਕੁਲ ਨਜ਼ਰ ਹੀ ਨਹੀਂ ਆ ਰਹੀ। ਤੁਹਾਡਾ ਕੀ ਮੰਨਣਾ ਹੈ ਦੋਸਤੋ? ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਠੀਕ ਹੈ ਜਾਂ ਗਲਤ? ਤੁਸੀਂ ਕਮੈਂਟ ਕਰ ਸਕਦੇ ਹੋ। ਅੰਤ ਵਿੱਚ ਦੋਸਤੋ, ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ।